ਇੰਕਰੀਜ਼ ਹੋਵੇ ਤੇ ਉਹ ਚਾਈਨਾ ਵਾਲੇ ਅਮਰੀਕਾ ਦੇ ਜਿਹੜੇ ਐਗਰੀਕਲਚਰ ਪ੍ਰੋਡਕਟਸ ਆ, ਜਿਸ ਤਰ੍ਹਾਂ ਕਿ ਬੀਫ ਆ ਜਾਂ ਸੋਇਆਬੀਨਸ ਆ, ਉਸ ਨੂੰ ਖਰੀਦਣ। ਸੋ ਇੱਕ ਇਹ ਵੀ ਆ, ਮੇਨ ਮੁੱਦਾ ਇਹ ਆ ਵੀ ਬਹੁਤ ਸਾਰਾ ਜਿਹੜਾ ਡਿਫੈਂਸ ਦੇ ਵਿੱਚ ਜਿਹੜਾ ਇਕਵਿਪਮੈਂਟ ਆ, ਉਹ ਈਰਾਨ ਦੀ ਜੰਗ ਦੇ ਦੌਰਾਨ ਇਹਨਾਂ ਨੇ ਯੂਜ਼ ਕਰ ਲਿਆ ਤੇ ਉਹਦੇ ਵਿੱਚ ਰੇਅਰ ਅਰਥ ਜਿਹੜੇ ਮਟੀਰੀਅਲ ਆ, ਉਹ ਯੂਜ਼ ਕੀਤੇ ਜਾਂਦੇ ਆ ਤੇ ਚਾਈਨਾ ਦੇ ਕੋਲ ਉਹ ਬਹੁਤ ਜ਼ਿਆਦਾ ਹੈਗੇ ਆ। ਸੋ ਟਰੰਪ ਹੁਣੀ ਜਿਹੜੇ ਆ ਆਪਣੇ ਨਾਲ ਡਿਪਲੋਮੈਟਸ ਘੱਟ ਲੈ ਕੇ ਗਏ ਆ, ਬਿਜ਼ਨਸਮੈਨ ਜਿਹੜੇ ਜ਼ਿਆਦਾ ਲੈ ਕੇ ਗਏ ਹੈਗੇ ਆ। ਪਹਿਲਾਂ ਤਾਂ ਥੋੜਾ ਜਿਹਾ ਇਹ ਹੋ ਗਿਆ ਵੀ ਜੀ ਜਿੰਗਪਿੰਗ ਲੈਣ ਨਹੀਂ ਆਏ ਉਹਨਾਂ ਨੂੰ। ਸੋ ਤੇ ਕਿਉਂਕਿ ਟਰੰਪ ਹੁਣੀ ਵਾਰ-ਵਾਰ ਕਹਿੰਦੇ ਰਹਿੰਦੇ ਆ ਵੀ ਜੀ ਜਿੰਗਪਿੰਗ ਤਾਂ ਮੇਰਾ ਬਹੁਤ ਵੱਡਾ ਫਰੈਂਡ ਹੈਗਾ ਆ। ਤੇ ਆਪਾਂ ਨੂੰ ਪਤਾ ਹੀ ਆ ਵੀ ਟੈਰਿਫ ਵੇਲੇ ਕੀ ਕੁਝ ਬਣਿਆ ਸੀਗਾ। ਤੇ ਪਰ ਚਾਈਨਾ ਦੀ ਜਿਹੜੀ ਹੈਲਪ ਆ ਟਰੰਪ ਹੋਣਾ ਨੂੰ ਚਾਹੀਦੀ ਆ ਈਰਾਨ ਦੀ ਵਾਰ ਨੂੰ ਵੀ ਇੱਕ ਤਰ੍ਹਾਂ ਦੇ ਨਾਲ ਸੋਲਵ ਕਰਨ ਦੇ ਲਈ। ਕਿਉਂਕਿ ਚਾਈਨਾ ਨੂੰ ਉਹਨਾਂ ਨੇ ਈਰਾਨ ਤੋਂ ਤੇਲ ਖਰੀਦਣਾ ਹੀ ਖਰੀਦਣਾ, ਕਿਉਂਕਿ ਹੋਰ ਉਹਨਾਂ ਦੇ ਕੋਲ ਕੋਈ ਆਪਸ਼ਨ ਨਹੀਂ ਹੈ। ਵੈਨਜ਼ੂਏਲਾ ਆਲਰੇਡੀ ਬੰਦ ਕਰ ਦਿੱਤਾ ਗਿਆ ਹੈ। ਸੋ ਉਹ ਦੇਖੋ ਵੀ ਹੁਣ ਕਿੱਥੇ ਕੁ ਜਿਹੜੀ ਡੀਲ ਆ ਉਹ ਇਸ ਹਿਸਾਬ ਦੇ ਵਿੱਚ ਬਣਦੀ ਹੈਗੀ ਆ। ਪਰ ਕਹਿੰਦੇ ਵੀ ਈਰਾਨ ਵਾਲਾ ਮੁੱਦਾ ਮੇਨ ਰਹੂਗਾ। ਹਾਲਾਂਕਿ ਟਰੰਪ ਹੋਣੀ ਜਿਹੜੇ ਆ ਇਸ ਹਿਸਾਬ ਨਾਲ ਗਏ ਆ ਵੀ ਈਰਾਨ ਵਾਲੀ ਗੱਲ ਘੱਟ ਹੋਵੇ ਤੇ ਜਿਹੜੀ ਹੋਰ ਬਿਜ਼ਨਸ ਵਾਲੀ ਜਿਹੜੀ ਗੱਲ ਆ ਉਹ ਜ਼ਿਆਦਾ ਹੋਵੇ। ਹਾਂਜੀ ਬਿਲਕੁਲ ਹਰਜੋਤ ਸਿੰਘ ਜੀ, ਸ਼ੀ ਜਿਨਪਿੰਗ ਸ਼ਾਇਦ ਇਹ ਸੋਚ ਰਹੇ ਹੋਣਗੇ ਵੀ ਥੋੜਾ ਜਿਹਾ ਦਿਖਾਉਣੀਆਂ ਵੀ ਪੈਣੀਆਂ ਅੱਖਾਂ ਟਰੰਪ ਹੁਣਾਂ ਨੂੰ ਨਾ ਲੈਣ ਜਾਣ ਦੇ ਲਈ। ਸਵੇਰੇ ਵੀ ਇਹ ਗੱਲ ਖਟਕ ਰਹੀ ਸੀਗੀ ਵੀ ਲੈਣ ਕੌਣ ਆਇਆ, ਇਹ ਦੇਖਿਆ ਜਿਹੜਾ ਉਹ ਜਾਵੇ। ਤਾਂ ਗੱਲ ਉਹੀ ਜਿਹੜੀ ਨਿਕਲੀ ਵੀ ਉਹਨਾਂ ਦਾ ਪ੍ਰੈਜ਼ੀਡੈਂਟ ਜਿਹੜਾ ਉਹ ਲੈਣ ਨਹੀਂ ਆਇਆ। ਯਾਦ ਹੋਣਾ ਜਦੋਂ ਅਲਾਸਕਾ 'ਚ ਹੁਣੇ ਸਬਮਿਟ ਹੋਈ ਸੀਗੀ, ਪੁਤਿਨ ਨੂੰ ਸੱਦਿਆ ਸੀਗਾ, ਟਰੰਪ ਹੁਣੀ ਆਪ ਲੈਣ ਗਏ ਸੀਗੇ ਉਹਨੂੰ। ਰੈੱਡ ਕਾਰਪੈਟ ਜਿਹੜਾ ਉਹ ਵਿਛਾਇਆ ਸੀਗਾ ਜਹਾਜ਼ਾਂ ਦੇ ਵਿੱਚੋਂ ਦੀ, ਜਿਹੜਾ ਉਸਨੂੰ ਤੋਰ ਕੇ ਜਿਹੜਾ ਉਹ ਲਿਆਂਦਾ ਸੀਗਾ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੋਈਆਂ ਸੀਗੀਆਂ। ਪਰ ਅਮਰੀਕਾ ਦੇ ਰਾਸ਼ਟਰਪਤੀ ਦੇ ਲਈ ਲੈਣ ਦੇ ਲਈ ਉਸ ਮੁਲਕ ਦਾ ਹੈੱਡ ਨਾ ਆਵੇ, ਗੱਲਾਂ ਤਾਂ ਫਿਰ ਜਿਹੜੀਆਂ ਹਰਜੋਤ ਸਿੰਘ ਜੀ ਇਸ ਦੇ ਵਿੱਚ ਹੋਣੀਆਂ ਹੀ ਜਿਹੜੀਆਂ ਉਹ ਹੈਗੀਆਂ। ਸੋ ਕੱਲ੍ਹ ਵੀ ਆਪਾਂ ਜ਼ਿਕਰ ਕਰ ਰਹੇ ਸੀਗੇ ਵੀ ਜਿਹੜਾ ਸ਼ੀ ਜਿਨਪਿੰਗ ਆ ਉਹ ਵੀ ਦੇਖ ਰਿਹਾ ਹੋਊਗਾ ਵੀ ਗੱਲਾਂ 'ਤੇ ਕਿੰਨਾ ਕੁ ਭਰੋਸਾ ਜਿਹੜਾ ਉਹ ਕੀਤਾ ਜਾ ਸਕਦਾ ਆ। ਸੋ ਘਰੇ ਬੁਲਾ ਕੇ ਨਾ ਜਿਹੜਾ ਉਹ ਮਹਿਮਾਨ ਨਵਾਜ਼ੀ ਕਰਨੀ, ਇੱਕ ਹਿਸਾਬ ਦੇ ਨਾਲ ਵੀ ਨਾ ਲੈਣ ਆਉਣਾ, ਇਹ ਕੁਛ ਜਿਹੜਾ ਉਹ ਦਰਸਾ ਰਿਹਾ ਆ। ਸੋ ਅਸਲ ਦੇ ਵਿੱਚ ਕੀ ਹੋਊਗਾ ਇਹ ਦੇਖਣ ਵਾਲੀ ਗੱਲ ਆ। ਅੱਛਾ ਹਰਜੋਤ ਸਿੰਘ ਜੀ, ਇਹਦੇ ਵਿੱਚ ਸਭ ਤੋਂ ਅਚੰਭੇ ਵਾਲੀ ਗੱਲ ਆ, ਜਿਹੜਾ ਮਾਰਕੋ ਰੂਬੀਓ ਸੈਂਕਸ਼ਨਡ ਆ ਚਾਈਨਾ ਦੇ ਵਿੱਚ। ਸੋ ਹਾਂਜੀ, ਉਹਦੇ ਨਾਂ ਨੂੰ ਬਦਲ ਕੇ ਜਿਹੜਾ ਹੈ ਨਾ ਕੁਛ ਜਿਹੜਾ ਉਹ ਕੀਤਾ ਗਿਆ ਹੈਗਾ ਵੀ ਤਾਂ ਜੋ ਚਾਈਨਾ ਦਾ ਆਪਣਾ ਇੰਟਰਨਲ ਜਿਹੜਾ ਸੈਂਕਸ਼ਨਸ ਵਾਲਾ ਆ ਉਹ ਰੌਲਾ ਰੱਪਾ ਨਾ ਜਿਹੜਾ ਉਹ ਲੱਗੇ। ਕਿਉਂਕਿ ਚਾਈਨੀਜ਼ ਕਮਿਊਨਿਟੀ ਪਾਰਟੀ ਦੇ ਉਲਟ ਮਾਰਕੋ ਰੂਬੀਓ ਹੁਣੀ ਕਾਫੀ ਜ਼ਿਆਦਾ ਸਖਤ ਸਟੈਂਡ ਉਹਨਾਂ ਦਾ ਰਿਹਾ ਆ, ਕਾਫੀ ਜ਼ਿਆਦਾ ਬੋਲਦੇ ਰਹੇ ਆ ਤੇ ਚਾਈਨਾ ਵਾਲਿਆਂ ਨੇ ਰੋਕ ਲਾਈ ਹੋਈ ਸੀਗੀ ਮਾਰਕੋ ਰੂਬੀਓ ਦੇ ਉੱਤੇ। ਮਾਰਕੋ ਰੂਬੀਓ ਹੁਣਾਂ ਨੇ ਵੈਨੀਜ਼ੁਏਲਾ ਵਾਲੇ ਜਿਹੜੇ ਮਡੂਰੋ ਵਾਲਾ ਟਰੈਕ ਸੂਟ ਦੇ ਵਿੱਚ ਜਿਹ 'ਚ ਫੜਿਆ ਸੀ, ਉਹ ਟਰੈਕ ਸੂਟ ਪਾ ਕੇ ਫੋਟੋ ਵੀ ਜਿਹੜੀ ਆ ਉਹ ਰੀਸੈਂਟਲੀ ਉਹਨਾਂ ਦੀ ਜਿਹੜੀ ਉਹ ਚੱਲ ਰਹੀ ਸੀਗੀ। ਸੋ ਹੁਣ ਲੈਟਸ ਸੀ ਕੀ ਹੁੰਦਾ ਆ। ਸੀਈਓਜ਼ ਦੇ ਨਾਲ ਕਿੰਨੀ ਕੁ ਡੀਲਾਂ ਜਿਹੜੀਆਂ ਹੋਣਗੀਆਂ। ਇਵੈਂਚੁਅਲੀ ਐਨਵੀਡੀਆ ਦੇ ਜਿਹੜਾ ਸੀਈਓ ਆ ਹੈਂਗਸੈਂਗ ਜਿਹੜਾ ਆ ਉਸ ਨੂੰ ਵੀ ਏਅਰ ਫੋਰਸ ਦੇ ਵਿੱਚ ਕਹਿੰਦੇ ਅਖੀਰਲੀ ਸੀਟ ਮਿਲ ਗਈ ਤੇ ਉਸ ਨੂੰ ਜਿਹੜਾ ਉਹ ਨਾਲ ਲੈ ਕੇ ਜਿਹੜਾ ਉਹ ਗਏ ਹੈਗੇ ਆ। ਸੋ ਕੀ ਬਣਦਾ ਆ ਉੱਥੇ ਆਉਣ ਵਾਲੇ ਸਮੇਂ 'ਚ, ਇਹ ਦੇਖਣ ਵਾਲੀ ਜਿਹੜੀ ਉਹ ਗੱਲ ਰਹੇਗੀ ਤੇ ਹਰ ਇੱਕ ਦੀਆਂ ਨਜ਼ਰਾਂ ਇਸ ਦੇ ਵਿੱਚ ਬਣੀਆਂ ਪਈਆਂ ਆ। ਚਾਈਨਾ ਨੇ ਨੋ ਡਾਊਟ ਈਰਾਨ ਦੀ ਬੜੀ ਮਦਦ ਕੀਤੀ ਆ ਅਮਰੀਕਾ ਦੇ ਜਿਹੜੇ ਸਟ੍ਰੈਟੇਜਿਕ ਲੋਕੇਸ਼ਨਸ ਦੇ ਉੱਤੇ ਹਮਲਾ ਕਰਾਉਣ ਦੇ ਲਈ। ਉਹਨਾਂ ਦਾ ਜਿਹੜਾ GPS ਸਿਸਟਮਸ ਆ ਚਾਈਨਾ ਵਾਲਾ, ਉਹ ਈਰਾਨ ਵਾਲੇ ਵਰਤਦੇ ਜਿਹੜੇ ਰਹੇ ਆ। ਉਹਨਾਂ ਨੂੰ ਅਮਰੀਕਨ ਮਿਲਟਰੀ ਦੀਆਂ ਮੂਵਮੈਂਟਸ ਆ ਉਹਦੇ ਬਾਰੇ ਦੱਸਿਆ ਗਿਆ ਹੈਗਾ ਆ। ਸੋ ਇਹ ਗੱਲਾਂ ਕਿਵੇਂ ਜਿਹੜੀਆਂ ਅੱਗੇ ਚੱਲਣਗੀਆਂ ਉਹ ਦੇਖਣੀ ਗੱਲ ਆ। ਫਾਰਮਰਸ ਖਾਸੇ ਜਿਹੜੇ ਨਿਰਾਸ਼ ਚੱਲ ਰਹੇ ਆ, ਕਿਉਂਕਿ ਪਿਛਲੇ ਸਾਲ ਦੀ ਜਿਹੜੀ ਟ੍ਰੇਡ ਵਾਰ, ਟੈਰਿਫ ਵਾਰ ਦੇ ਚੱਲਦੇ ਉਹਨਾਂ ਦਾ ਸੋਇਆਬੀਨ ਤੇ ਕਾਰਨ ਚਾਈਨਾ ਨੇ ਬਹੁਤ ਘੱਟ ਮਾਤਰਾ ਦੇ ਵਿੱਚ ਖਰੀਦਿਆ ਆ ਤੇ ਇਵੈਂਚੁਅਲੀ ਬਿਲੀਅਨਸ ਆਫ ਡਾਲਰ ਦਾ ਨੁਕਸਾਨ ਫਾਰਮਰਸ ਨੂੰ ਹੋਇਆ। ਬਾਅਦ 'ਚ ਬਿਲੀਅਨਸ ਆਫ ਡਾਲਰ ਦੀ ਜਿਹੜੀ ਸਬਸਿਡੀ ਆ, ਰਾਹਤ ਪੈਕੇਜ ਆ, ਉਹ ਸਰਕਾਰ ਨੂੰ ਫਾਰਮਰਸ ਨੂੰ ਵੀ ਜਿਹੜਾ ਉਹ ਦੇਣਾ ਪਿਆ ਆ। ਕੀ ਉਹ ਇਸ ਸਾਲ ਉਹ ਚੀਜ਼ ਕਰ ਸਕਣਗੇ? ਇਹ ਵੀ ਇੱਕ ਵੱਡੀ ਜਿਹੜੀ ਚੁਣੌਤੀ ਆ ਟਰੰਪ ਦੇ ਲਈ ਅੱਗੇ ਖੜੀ ਆ। ਟਰੰਪ ਨੇ ਆਪਣਾ ਬੁੱਤ ਰੀਸੈਂਟਲੀ ਆਪਣੇ ਉੱਥੇ ਗੋਲਫ ਕੋਰਸ ਵਾਲੇ ਜਿਹੜੇ ਥਾਂ ਆ ਮਾਰ-ਆ-ਲਾਗੋ ਦੇ ਵਿੱਚ ਫਲੋਰੀਡਾ 'ਚ ਉਹ ਕੀਤਾ। ਸੋ ਹੁਣ ਪਤਾ ਨਹੀਂ ਹੁਣ ਆਪਣੀ ਬੁੱਤ ਪੂਜਾ ਕਰਵਾਉਣੀ ਆ ਜਾਂ ਕੀ ਆ। ਤੇ ਸਭ ਤੋਂ ਵੱਡੀ ਚਰਚਾ ਉਸ ਦੇ ਵਿੱਚ ਹਰਜੋਤ ਸਿੰਘ ਜੀ ਇਹ ਬਣੀ ਰਹੀ ਵੀ ਬਹੁਤ ਸਾਰੇ ਜਿਹੜੇ ਕਨਵਿਕਟਡ ਜਾਂ ਜਿਨ੍ਹਾਂ ਉੱਤੇ ਚਾਰਜਿਸ ਲੱਗੇ ਆ, ਉਹ ਰੀਬਨ ਕਟਿੰਗ ਦੇ ਵਿੱਚ ਜਿਹੜੇ ਉਹ
ਉੱਥੇ ਪਹੁੰਚੇ ਹੋਏ ਸੀਗੇ। ਸੋ ਕਾਫੀ ਮਾਮਲਾ ਜਿਹੜਾ ਹੈ ਗੁੰਝਲਦਾਰ ਜਿਹੜੇ ਉਹ ਲਗਾਤਾਰ ਬਣਦੇ ਜਾ ਰਹੇ ਹੈਗੇ ਆ। ਜੀ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਨੂੰ ਜਿਹੜਾ $1.3 ਬਿਲੀਅਨ ਮੈਡੀਕੇਡ ਫੰਡਿੰਗ ਮਿਲਣੀ ਸੀ ਫੈਡਰਲ ਗਵਰਨਮੈਂਟ ਤੋਂ, ਉਹ ਜੇਡੀ ਵੈਂਸ ਉਹਨਾਂ ਨੇ ਰੋਕ ਦਿੱਤੀ ਹੈਗੀ ਆ। ਉਹ ਕਹਿੰਦੇ ਵੀ ਕੈਲੀਫੋਰਨੀਆ 'ਚ ਹੈਲਥ ਕੇਅਰ ਫਰਾਡ ਬਹੁਤ ਹੋ ਰਿਹਾ, ਅਨਲੈਸ ਕਿ ਕੈਲੀਫੋਰਨੀਆ ਸਟੇਟ ਉੱਥੇ ਕੋਈ ਐਕਸ਼ਨ ਲੈਂਦੀ ਆ ਵੀ ਅਸੀਂ ਇਹ ਪੈਸੇ ਨਹੀਂ ਦੇਵਾਂਗੇ। ਇਹਦੇ ਸੰਬੰਧ ਦੇ ਵਿੱਚ ਜਸਮੀਤ ਬੈਂਸ ਨੇ ਕਾਫੀ ਆਪਣਾ ਜਿਹੜਾ ਸਟੇਟਮੈਂਟ ਜਾਰੀ ਕੀਤੀ ਆ ਵੀ ਇਹ ਤਾਂ ਸ਼ਰੇਆਮ ਧੱਕਾ ਆ। ਆਮ ਲੋਕਾਂ ਦਾ ਇਹਦੇ ਵਿੱਚ ਕੀ ਕਸੂਰ ਆ? ਜਿਹੜੇ ਬਜ਼ੁਰਗ ਆ, ਜੇ ਉਹਨਾਂ ਦਾ ਮੈਡੀਕੇਡ ਉਹਨਾਂ ਨੂੰ ਨਹੀਂ ਮਿਲਣੀ, ਪੈਸੇ ਤੁਸੀਂ ਨਹੀਂ ਦੇਣੇ, ਉਹ ਆਮ ਲੋਕ ਜਿਹੜੇ ਆ ਉਹਨਾਂ ਦਾ ਕੀ ਕਸੂਰ ਹੈਗਾ ਆ? ਜਿਹੜੀ ਸਟੇਟ ਆ, ਜੇ ਉਹਨੂੰ ਤੁਸੀਂ ਜਾਂ ਜਿਹੜੇ ਇਲੈਕਟਡ ਆਫੀਸ਼ੀਅਲਸ ਆ ਉਹਨਾਂ ਨੂੰ ਫਾਈਨ ਕਰਨਾ, ਕੁਛ ਕਰਨਾ, ਉਹਨਾਂ ਨੂੰ ਕਰੋ। ਐਂਟੀ ਫਰਾਡ ਜਿਹੜੀ ਟਾਸਕ ਫੋਰਸ ਆ, ਉਹਦੇ ਜਿਹੜੇ ਹੈੱਡ ਆ ਵਾਈਸ ਪ੍ਰੈਜ਼ੀਡੈਂਟ ਜੇਡੀ ਵੈਂਸ ਹੁਣੀ ਬਣਾਏ ਹੋਏ ਹੈਗੇ ਆ, ਤੇ ਉਹਨਾਂ ਨੇ ਇਹ ਕਿਹਾ ਵੀ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਨੇ 447 ਹੌਸਪਿਸ ਫੈਸਿਲਿਟੀਜ਼ ਤੇ 23 ਹੋਮ ਹੈਲਥ ਕੇਅਰ ਏਜੰਸੀ ਸਸਪੈਂਡ ਕੀਤੀਆਂ ਜਿਹੜੀਆਂ ਫਰਾਡ ਬਿਲਿੰਗ ਕਰਦੀਆਂ ਸੀਆਂ। ਤੇ ਉਹ ਜਿਹੜੀ ਵੈਂਸ ਹੁਣੀ ਇਹ ਕਹਿੰਦੇ ਆ ਵੀ ਡਾਕਟਰ ਜਿਹੜੇ ਆ ਉਹ ਐਵੇਂ ਹੀ ਜਿਹੜੀਆਂ ਦਵਾਈਆਂ ਪ੍ਰਿਸਕ੍ਰਾਈਬ ਕਰੀ ਜਾਂਦੇ ਜਿਹੜੀਆਂ ਜ਼ਰੂਰਤ ਵੀ ਨਹੀਂ ਹੁੰਦੀਆਂ ਪੈਸੇ ਬਣਾਉਣ ਦੇ ਲਈ। ਸੋ ਇਸ ਕਰਕੇ ਜਿਹੜੀ ਇਹ ਫੰਡਿੰਗ ਆ ਅਸੀਂ ਰੋਕ ਰਹੇ ਹੈਗੇ ਆ। ਇਹਦੇ ਵਿੱਚ ਲੋਕਾਂ ਨੂੰ ਬਹੁਤ ਪ੍ਰੋਬਲਮ ਬਹੁਤ ਆਣੀ ਆ, ਜਿਹੜੇ ਨਵੇਂ ਲੋਕਾਂ ਨੂੰ ਮੈਡੀਕੇਡ ਮਿਲਣਾ ਹੈਗਾ, ਮੈਡੀਕੇਅਰ। ਸੋ ਜੇ ਫੰਡਿੰਗ ਨਾ ਹੋਈ ਤੇ ਉਹ ਹੈਲਥ ਦਾ ਜਿਹੜਾ ਹੈਲਥ ਇੰਸ਼ੋਰੈਂਸ ਉਹ ਕਿੱਥੋਂ ਲਊਗੇ? ਸੋ ਇਹ ਇੱਕ ਵੱਡੀ ਪ੍ਰੋਬਲਮ ਆਊਗੀ। ਸੀਐਮਐਸ ਦੇ ਐਡਮਿਨਿਸਟ੍ਰੇਟਰ ਡਾਕਟਰ ਊਜ਼ ਆ, ਉਹਨਾਂ ਨੇ ਕਿਹਾ ਵੀ ਜਿਹੜੀ $91 ਮਿਲੀਅਨ ਫੈਡਰਲ ਮੈਡੀਕੇਡ ਫੰਡਿੰਗ ਆ ਮਿਨੇਸੋਟਾ ਦੇ ਵਿੱਚ ਜਿੱਦਾਂ ਡੈਫਰ ਕੀਤੀ ਗਈ ਸੀ, ਉੱਦਾਂ ਹੀ ਅਸੀਂ ਇਹ ਡੈਫਰ ਕਰਨ ਜਾ ਰਹੇ ਹਾਂ ਕੈਲੀਫੋਰਨੀਆ ਦੇ ਵਿੱਚ। ਸੋ ਹੁਣ ਦੇਖਦੇ ਆ ਵੀ ਕੈਲੀਫੋਰਨੀਆ ਦੇ ਗਵਰਨਰ ਜਾਂ ਸਟੇਟ ਆਫ ਕੈਲੀਫੋਰਨੀਆ ਇਹ ਇਸ ਇਸ਼ੂ ਤੇ ਕੀ ਕਰੂਗੀ, ਕਿਉਂਕਿ ਨੰਬਰ ਤਾਂ ਬਹੁਤ ਵੱਡਾ ਹੈ, $1.3 ਬਿਲੀਅਨ ਦਾ। ਯਾ ਸੋ ਕੈਲੀਫੋਰਨੀਆ ਟੈਕਸਪੇਅਰ, ਅਮਰੀਕਨ ਟੈਕਸਪੇਅਰ, ਉਹਨਾਂ ਨੇ ਕਿਹਾ ਵੀ ਇਹ ਡੀਫਰਾਡ ਕੀਤੇ ਆ, ਕਿਉਂਕਿ ਕੈਲੀਫੋਰਨੀਆ ਇਹ ਪ੍ਰੋਗਰਾਮ ਨੂੰ ਸੀਰੀਅਸਲੀ ਨਹੀਂ ਲੈ ਰਿਹਾ। ਤੇ ਫਰਾਡਜ਼ਾਰ ਦੇ ਤੌਰ ਦੇ ਉੱਤੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਜੇਡੀ ਵੈਂਸ ਆ, ਉਹਨਾਂ ਨੇ ਅੱਜ ਇਹ ਐਲਾਨ ਕੀਤਾ ਵੀ ਇਸ ਦੇ ਵਿੱਚ ਹੁਣ ਸਖਤੀ ਹੋਣ ਜਾ ਰਹੀ ਹੈ। ਕਹਿੰਦੇ ਵੀ ਅਸੀਂ ਬਾਕੀ ਸੂਬਿਆਂ ਨੂੰ ਵੀ ਇਹ ਨਾਲ ਦੇ ਨਾਲ ਵਾਰਨਿੰਗ ਜਿਹੜੀ ਉਹ ਦੇ ਰਹੇ ਆ ਵੀ ਤੁਹਾਡੀ ਵੀ ਫੰਡਿੰਗ ਫਰੀਜ਼ ਕਰਾਂਗੇ ਜੇ ਤੁਸੀਂ ਮੈਡੀਕੇਡ ਦੇ ਇਸ ਫਰਾਡ ਨੂੰ ਸੀਰੀਅਸਲੀ ਨਹੀਂ ਲਿਆ, ਇਨਵੈਸਟੀਗੇਟ ਨਹੀਂ ਕੀਤਾ ਤੇ ਪ੍ਰੋਸੀਕਿਊਟ ਜਿਹੜਾ ਹੋ ਜੇ ਨਹੀਂ ਕੀਤਾ। ਜਿਹੜੇ ਪ੍ਰੋਵਾਈਡਰਸ ਨੇ ਇਸ ਟਾਈਮ ਹਾਹਾਕਾਰ ਜਿਹੜੀ ਉਸ ਦੇ ਵਿੱਚ ਕਹਿ ਲਓ ਵੀ ਮਚਾਈ ਜਿਹੜੀ ਹੋਈ ਆ। ਸੋ ਚਿੱਟੇ ਦਿਨ ਕਹਿੰਦੇ ਵੀ ਠੱਗੀਆਂ ਇੱਕ ਹਿਸਾਬ ਦੇ ਨਾਲ ਚੱਲ ਰਹੀਆਂ ਹੈਗੀਆਂ ਆ। ਸੋ ਜਿਹੜਾ ਡਾਕਟਰ ਔਜ਼, ਮਹਿਮਤ ਔਜ਼ ਆ, ਉਹਨੇ ਜਿਹੜਾ ਕਿਹਾ ਵੀ ਐਡਮਿਨਿਸਟ੍ਰੇਸ਼ਨ ਕਹਿ ਰਹੀ ਆ ਵੀ ਕੈਲੀਫੋਰਨੀਆ ਨੂੰ ਵੀ $430 ਮਿਲੀਅਨ ਦੀ ਜਿਹੜੀ ਬਿਲਿੰਗ ਆ ਉਹਨੂੰ ਕਲੈਰੀਫਾਈ ਕਰੇ। 500 ਮਿਲੀਅਨ ਦੀ ਜਿਹੜੀ ਹੋਮ ਹੈਲਥ ਸਰਵਿਸਿਜ਼ ਤੇ 200 ਮਿਲੀਅਨ ਕੁਐਸਚਨੇਬਲ ਐਕਸਪੈਂਡੀਚਰਸ ਆ, ਉਸ ਨੂੰ ਜਿਹੜਾ ਉਸ ਦਾ ਜਵਾਬ ਦੇਵੇ। ਕਿਉਂਕਿ ਫੈਡਰਲ ਲੈਵਲ ਦੇ ਉੱਤੇ ਉਹ ਕਹਿ ਰਹੇ ਆ ਵੀ ਤੁਸੀਂ ਅਨਡਾਕੂਮੈਂਟਡ ਇਮੀਗ੍ਰੈਂਟਸ ਨੂੰ ਕੋਈ ਕਵਰੇਜ ਜਿਹੜੀ ਆ ਉਹ ਨਹੀਂ ਦੇ ਸਕਦੇ। ਕੈਲੀਫੋਰਨੀਆ ਆਪਣੇ ਪੱਧਰ ਦੇ ਉੱਤੇ ਪ੍ਰੋਗਰਾਮ ਕਈ ਜਿਹੜੇ ਉਹਨਾਂ ਨੇ ਚਲਾਏ ਆ, ਜਿਸ ਦੇ ਵਿੱਚ ਅਨਡਾਕੂਮੈਂਟਡ ਇਮੀਗ੍ਰੈਂਟਸ ਨੂੰ ਜਿਹੜੀਆਂ ਸਿਹਤ ਸੇਵਾਵਾਂ ਜਿਹੜੀਆਂ ਉਹ ਮਿਲਦੀਆਂ ਆ, ਕੀ ਉਹ ਹੁਣ ਫੈਡਰਲ ਫੰਡਿੰਗ ਦੇ ਨਾਲ ਜੁੜੀਆਂ ਆ, ਤੇ ਜੇ ਉਹ ਜੁੜੀਆਂ ਹੋਈਆਂ ਤਾਂ ਉਸ ਆਧਾਰ ਦੇ ਉੱਤੇ ਵੀ ਇਹ ਜਿਹੜੇ ਮੈਡੀਕੇਡ ਨੂੰ ਜਿਹੜਾ ਉਹ ਰੋਕਿਆ ਜਾ ਸਕਦਾ ਆ। ਸੋ ਸਭ ਤੋਂ ਪਹਿਲਾ ਨਿਸ਼ਾਨਾ ਜਿਹੜੇ ਫਰਾਡ ਜ਼ਾਰ ਦੇ ਜੇਡੀ ਵੈਂਸ ਹੋਣਾ ਦਾ ਸਿੱਧਾ ਪਹਿਲੋਂ ਕੈਲੀਫੋਰਨੀਆ ਹੀ ਜਿਹੜਾ ਉਹ ਬਣਿਆ ਹੈਗਾ ਆ। ਸੋ 6 ਮਹੀਨੇ ਦਾ ਕਹਿੰਦੇ ਵੀ ਮੋਰਟੋਰੀਓ ਜਿਹੜਾ ਹੈ ਉਹ ਅਸੀਂ ਇੰਪੋਜ਼ ਕਰਨ ਜਾ ਰਹੇ ਹਾਂ ਵੀ ਕੋਈ ਵੀ ਨਵਾਂ ਮੈਡੀਕੇਅਰ ਐਨਰੋਲਮੈਂਟ ਹੌਸਪਿਸ ਜਾਂ ਹੋਮ ਹੈਲਥ ਏਜੰਸੀਜ਼ HHAs ਦੇ ਉੱਤੇ ਨਹੀਂ ਅਗਲੇ 6 ਮਹੀਨਿਆਂ ਦੇ ਵਿੱਚ ਹੋ ਸਕੇਗੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਬੱਚਿਆਂ ਦੀ ਕਿਤਾਬ ਲਿਖਣ ਵਾਲੀ ਇੱਕ ਜਿਹੜੀ ਬੀਬੀ ਆ, ਐਰਿਕ ਰਿਚਨਸ, ਜਿਸ ਦੀ ਜਿਹੜੀ ਘਰ ਵਾਲੀ ਕੌਰੀ ਰਿਚਨਸ 36 ਸਾਲ ਜਿਸ ਦੀ ਉਮਰ ਆ, ਉਸ ਨੂੰ ਆਪਣੇ ਘਰ ਵਾਲਾ ਜਿਹੜਾ ਐਰਿਕ ਰਿਚਨਸ ਸੀ, 3 ਬੱਚਿਆਂ ਦਾ ਜਿਹੜਾ ਪਿਓ ਸੀ, ਉਸ ਦੇ ਕਤਲ ਦੇ ਮਾਮਲੇ ਦੇ ਵਿੱਚ ਹੁਣ ਸਜ਼ਾ ਜਿਹੜੀ ਉਹ ਸੁਣਾਈ ਗਈ ਆ, ਲਾਈਫ ਇੰਪ੍ਰਿਜ਼ਨਮੈਂਟ ਵਿਦਆਊਟ ਪੋਸੀਬਿਲਿਟੀ ਆਫ ਪੈਰੋਲ। ਦੇਖੋ, ਬੱਚਿਆਂ ਦੀ ਕਿਤਾਬ ਇਸ ਬੀਬੀ ਨੇ ਜਿਹੜੀ ਉਹ ਲਿਖੀ ਵੀ ਗਰੀਫ ਨੂੰ ਕਿੱਦਾਂ ਜਿਹੜਾ ਉਹ ਤੁਸੀਂ ਠੀਕ ਕਰਨਾ ਹੈ, ਗਰੀਫ ਦੇ ਨਾਲ ਕਿੱਦਾਂ ਜਿਹੜਾ ਉਹ ਤੁਸੀਂ ਜੀ ਸਕਦੇ ਹੈਗੇ ਆ। ਤੇ ਹੁਣ ਕਹਿੰਦੇ ਵੀ 25 ਸਾਲ ਤੋਂ ਲਾਈਫ ਇਨ ਪ੍ਰਿਜ਼ਨ ਵਿਦਆਊਟ ਪੈਰੋਲ ਉਸ ਦੀ ਸਜ਼ਾ ਜਿਹੜੀ ਉਸ ਨੂੰ ਹੋ ਸਕਦੀ ਆ। 8 ਬੰਦਿਆਂ ਦੀ ਜਿਹੜੀ ਜਿਊਰੀ ਆ, 8% ਜਿਊਰੀ ਨੇ ਕਨਵਿਕਟ ਕਰ ਦਿੱਤਾ 36 ਸਾਲਾ ਕੌਰੀ ਰਿਚਨਸ ਨੂੰ
ਐਗਰਾਵੇਟਿਡ ਮਰਡਰ ਫਾਰ ਫੇਟਲੀ ਪੋਇਜ਼ਨਿੰਗ ਹਰ ਹਸਬੈਂਡ, ਵੀ ਆਪਣੇ ਘਰ ਵਾਲੇ ਨੂੰ ਜ਼ਹਿਰ ਦੇ ਕੇ ਜਿਹੜਾ ਇਸਨੇ ਮਾਰਚ 2022 ਦੇ ਵਿੱਚ ਮਾਰ ਦਿੱਤਾ ਸੀਗਾ। ਇਸ ਤੋਂ ਇਲਾਵਾ ਕਹਿੰਦੇ ਵੀ ਇਹਦੇ ਤੇ ਗਿਲਟੀ ਇਹ ਪਾਈ ਗਈ ਆ, ਦੋਸ਼ੀ ਪਾਈ ਗਈ ਆ ਅਟੈਂਪਟਡ ਐਗਰਾਵੇਟਿਡ ਮਰਡਰ ਟਰਾਈਂਗ ਟੂ ਕਿਲ ਹਿਮ ਵੀਕਸ ਬਿਫੋਰ ਹਿਸ ਡੈਥ। ਇੱਕ ਵਾਰੀ ਨਹੀਂ, ਇਹਨੇ ਪਹਿਲਾਂ ਵੀ ਕਹਿੰਦੇ ਵੀ ਕੋਸ਼ਿਸ਼ ਕੀਤੀ, ਉਹ ਵੀ ਵੈਲੈਂਟਾਈਨ ਡੇ ਦੇ ਜਿਹੜੇ ਆ ਉਹ ਦਿਨ। ਇੰਸ਼ੋਰੈਂਸ ਫਰਾਡ, ਫੋਰਜਰੀ ਰਿਲੇਟਡ ਟੂ ਹੈਲਥ ਇੰਸ਼ੋਰੈਂਸ ਕਵਰੇਜ, ਇਹ ਸਾਰੇ ਮਾਮਲਿਆਂ ਦੇ ਵਿੱਚ ਇਸ ਨੂੰ ਹੁਣ ਦੋਸ਼ੀ ਪਾਇਆ ਗਿਆ ਆ। ਇਹ ਯੂਟਾ ਦੇ ਰਹਿਣ ਵਾਲੇ ਸੀਗੇ ਤੇ ਐਰਿਕ ਰਿਚਨਸ ਨੂੰ ਇਸ ਨੇ ਜ਼ਹਿਰ ਦੇ ਕੇ ਜਿਹੜਾ ਉਹ ਮਾਰ ਦਿੱਤਾ ਤੇ ਹੁਣ ਇਸ ਨੂੰ ਜਿਹੜੀ ਆ ਉਹ ਸਜ਼ਾ ਸੁਣਾਈ ਜਾਊਗੀ। ਦੋਸ਼ੀ ਜਿਹੜਾ ਆ ਉਹ ਕਰਾਰ ਦੇ ਦਿੱਤਾ ਗਿਆ ਹੈ। ਕੈਲੀਫੋਰਨੀਆ ਦੀ ਗਵਰਨਰ ਦੀ ਪੋਲ ਦੇ ਲਈ ਜਿਹੜੇ ਆ ਨਵੇਂ ਹੁਣ ਜੋ ਪੋਲਿੰਗ ਰਿਜ਼ਲਟਸ ਆਣੇ ਸ਼ੁਰੂ ਹੋਏ ਹੈਗੇ ਆ, ਜਿਹੜੇ ਸਰਵੇ ਆ ਉਹਦੇ ਵਿੱਚ ਕਹਿੰਦੇ ਭਈ ਜ਼ਾਵੀਅਰ ਬਸੇਰਾ ਉਹ ਥੋੜਾ ਜਿਹਾ ਅੱਗੇ ਚੱਲ ਰਹੇ ਹੈਗੇ ਆ ਤੇ ਸਟੇਅਰ ਤੇ ਹਿਲਟਨ ਇਹ ਸੈਕੰਡ ਸਪੌਟ ਦੇ ਲਈ ਕੰਪੀਟ ਕਰ ਰਹੇ ਹੈਗੇ ਆ। ਜ਼ੇਵੀਅਰ ਬਸੇਰਾ ਜੋ ਆ ਉਹ ਇੱਕਦਮ ਹੀ ਉੱਪਰ ਆਏ ਹੈਗੇ ਆ। ਉਹਨਾਂ ਪੋਲ ਦੇ ਮੁਤਾਬਕ ਕੈਲੀਫੋਰਨੀਆ 2026 ਜਿਹੜਾ ਪੋਲ ਆ ਐਮਰਸਨ ਕਾਲਜ ਨੇ ਕੀਤਾ ਹੈਗਾ, ਉਹਨਾਂ ਦੇ ਮੁਤਾਬਕ ਜ਼ੇਵੀਅਰ ਬਸੇਰਾ ਲੀਡ ਕਰ ਰਿਹਾ 19% ਵੋਟਾਂ ਨਾਲ। ਉਹ ਤੋਂ ਬਾਅਦ ਜਿਹੜੇ ਫੋਲੋ ਕਰ ਰਿਹਾ ਸਟੀਵ ਹਿਲਟਨ ਰਿਪਬਲਿਕਨ ਤੇ ਟੌਮ ਸਟੇਅਰ ਜਿਹੜੇ ਡੈਮੋਕ੍ਰੇਟ ਹੈ 17% ਤੇ ਆ ਦੋਨੋਂ ਹੀ। ਸ਼ਾਰਡ ਬਿਆੰਕੋ 11 ਤੇ ਕੈਟੀ ਪੋਰਟਰ 10, ਮੈਟ ਮਹਾਨ 8, ਐਂਟੋਨੀਓ ਵਿਲਰਗੋਸਾ 4% ਤੇ ਬਾਕੀ ਜਿਹੜੇ ਆ ਉਹ ਕੋਈ 1% ਜਾਂ ਕੋਈ ਇਸ ਤਰ੍ਹਾਂ ਹੈਗੇ ਆ। ਸੋ ਲੱਗਦਾ ਆ ਵੀ ਜਿਸ ਹਿਸਾਬ ਦੇ ਨਾਲ ਡੈਮੋਕ੍ਰੇਟ ਡਰੇ ਹੋਏ ਸੀ ਵੀ ਕਿਤੇ ਦੋਨੋਂ ਹੀ ਰਿਪਬਲਿਕਨ ਨਾ ਇਸ ਪ੍ਰਾਇਮਰੀ 'ਚ ਅੱਗੇ ਚੱਲ ਜਾਣ, ਤੇ ਹੁਣ ਜਿਹੜੇ ਜ਼ਾਵੀਅਰ ਬਸੇਰਾ ਆ ਉਹ ਜ਼ਰੂਰ ਡੈਮੋਕ੍ਰੇਟ ਪਾਰਟੀ ਵੱਲੋਂ ਹੋਣਗੇ। ਸੈਕੰਡ ਜਿਹੜੀ ਪੋਜੀਸ਼ਨ ਆ ਉਹ ਟੌਮ ਸਟੇਅਰ ਤੇ ਸਟੀਵ ਹਿਲਟਨ ਦੇ ਵਿਚਾਲੇ ਹੋਊਗੀ। 12% ਅਨਡਿਸਾਈਡਡ ਦੇ ਅਜੇ ਵੀ ਜਿਹੜੀ ਇਸੇ ਲੇਟੈਸਟ ਪੋਲ ਦੇ ਜਿਹੜਾ ਮੁਕਾਬਲੇ, ਦੈਟਸ ਅ ਹਿਊਜ ਨੰਬਰ। ਉਹਨਾਂ ਨੇ ਕਿਹੜੇ ਪਾਸੇ ਨੂੰ ਲੀਨ ਕਰ ਜਾਣਾ ਉਹਦਾ ਵੀ ਪਤਾ ਨਹੀਂ। ਦੂਜਾ ਜਿਹੜਾ ਹਰਜੋਤ ਸਿੰਘ ਜੀ, ਅਖੀਰਲੇ ਦਿਨ ਤੱਕ ਜੇ ਬਾਕੀ ਡੈਮੋਕ੍ਰੇਟ ਜੇ ਕੋਈ ਪੱਤੇ ਫੋਲਡ ਕਰਕੇ ਇੱਕ ਜਣੇ ਦੇ ਜਾਂ ਦੋ ਜਣੇ ਦੇ ਪਿੱਛੇ ਜਿਹੜੇ ਉਹ ਰਹਿ ਜਾਂਦੇ ਆ, ਇਹ ਵੀ ਫਿਰ ਦੇਖਣ ਵਾਲੀ ਗੱਲ ਰਹਿ ਜਾਊਗੀ ਵੀ ਕੀ ਸਿਚੁਏਸ਼ਨ ਜਿਹੜੀ ਇਸ ਦੇ ਵਿੱਚ ਬਣਦੀ ਆ। ਪਰ ਕਾਫੀ ਜਿਹੜਾ ਰੋਲਰ ਕੋਸਟਰ ਰਾਈਡ ਜਿਹੜੀ ਇਸ ਟਾਈਮ ਕੈਲੀਫੋਰਨੀਆ ਦੇ ਗਵਰਨਟੋਰੀਅਲ ਇਲੈਕਸ਼ਨ ਦੇ ਲਈ ਖਾਸ ਕਰਕੇ ਇਸ ਪ੍ਰਾਇਮਰੀ ਦੇ ਲਈ ਦੇਖਣ ਨੂੰ ਮਿਲ ਰਹੀ ਹੈਗੀ ਆ। ਅਗਲੀ ਖਬਰ ਵੱਲ ਚੱਲੀਏ ਤੇ ਜਿਹੜਾ ਹਿੰਟਾ ਵਾਇਰਸ ਆ ਉਹਦਾ ਐਕਸਪੋਜ਼ਰ ਹੁਣ ਕਹਿੰਦੇ ਵੀ ਨਾਰਥ ਤੇ ਸਾਊਥ ਸਟਾਕਟਨ ਦੇ ਵਿੱਚ ਵੀ ਜਿਹੜੇ ਕੁਝ ਕੇਸ ਆ ਉਹ ਮਿਲੇ ਹੈਗੇ ਆ। ਸੈਂਟਾ ਕਲਾਰਾ ਕਾਉਂਟੀ 'ਚ ਵੀ ਕੇਸ ਸੀ ਹਿੰਟਾ ਵਾਇਰਸ ਦੇ, ਸੈਕਰਾਮੈਂਟੋ ਕਾਉਂਟੀ 'ਚ ਕਿਉਂਕਿ ਕਹਿੰਦੇ ਇਹ ਜਿਹੜਾ ਏਰੀਆ ਹੈ ਇੱਥੇ ਦੇ ਲੋਕ ਟਰੈਵਲ ਕਾਫੀ ਕਰਦੇ ਆ, ਕੰਮਿਊਟ ਕਰਦੇ ਆ, ਉਹਨਾਂ ਦੀਆਂ ਫੈਮਿਲੀ ਟਾਈਜ਼ ਹੁੰਦੀਆਂ ਵੱਖ-ਵੱਖ ਸ਼ਹਿਰਾਂ ਜਾਂ ਮੁਲਕਾਂ ਦੇ ਵਿੱਚ। ਸੋ ਇਹ ਸਨ ਮੈਕੀਨ ਕਾਉਂਟੀ ਦੇ ਪਬਲਿਕ ਹੈਲਥ ਆਫੀਸ਼ੀਅਲਸ ਆ, ਉਹਨਾਂ ਨੇ ਇਹ ਦੱਸਿਆ ਹੈਗਾ। ਕਹਿੰਦੇ ਵੀ 4 ਜਣੇ ਐਕਸਪੋਜ਼ ਹੋਏ ਹੈਗੇ ਆ ਇਸ ਸਟਾਕਟਨ ਵਾਲੇ ਏਰੀਏ ਦੇ ਵਿੱਚ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਫ੍ਰੈਜ਼ਨੋ ਦੇ ਮੇਅਰ ਜੈਰੀ ਡਾਇਰ 2.5 ਬਿਲੀਅਨ ਡਾਲਰ ਦਾ ਜਿਹੜਾ ਬਜਟ ਆ ਉਸ ਨੂੰ ਉਹਨਾਂ ਨੇ ਪ੍ਰਪੋਜ਼ ਕੀਤਾ ਹੈਗਾ ਆ ਤੇ ਕਹਿੰਦੇ ਵੀ ਉਹ ਟਰਾਈ ਕਰ ਰਹੇ ਆ ਵੀ ਕਹਿੰਦੇ ਵੀ ਬੈਲੈਂਸ ਆਊਟ ਕਰਨਾ ਇੱਕ ਕਾਫੀ ਵੱਡੀ ਚੁਣੌਤੀ ਉਹਨਾਂ ਦੇ ਲਈ ਬਣਿਆ ਹੈ। ਕਹਿੰਦੇ ਫਿਸਕਲ ਈਅਰ 27 ਕਹਿੰਦਾ ਵੀ ਚੈਲੰਜਿੰਗ ਹੋਊਗਾ ਟੂ ਸੇ ਦਾ ਲੀਸਟ। ਤੇ ਕਹਿੰਦੇ ਵੀ ਪਰ ਮੈਂ ਰਿਪੋਰਟ ਕਰਨਾ ਚਾਹੁੰਦਾ ਆ, ਦੱਸਣਾ ਚਾਹੁੰਦਾ ਆ ਵੀ ਪਿਛਲੇ ਸਾਲਾਂ ਦੇ ਮੁਕਾਬਲੇ ਜਿਹੜਾ ਟ੍ਰੈਂਡ ਆ ਉਹ ਉੱਤੇ ਵੱਲ ਨੂੰ ਜਾ ਰਿਹਾ ਹੈ। ਸੋ ਕਹਿੰਦੇ ਵੀ ਇਹ ਗੁੱਡ ਨਿਊਜ਼ ਹੋਊਗੀ ਸਿਟੀ ਆਫ ਫ੍ਰੈਜ਼ਨੋ ਦੇ ਲਈ। ਜਿਹੜੇ ਮੇਅਰ ਡਾਇਰ ਆ ਉਹਨਾਂ ਨੇ ਜਿਹੜਾ ਉਹ ਕਿਹਾ ਵੀ ਜਿਹੜੇ ਰਾਈਜ਼ਿੰਗ ਕਾਸਟ ਆ ਇਹ ਨੈਗੋਸ਼ੀਏਟਡ ਕੰਟਰੈਕਟਸ ਦੇ ਹਿਸਾਬ ਦੇ ਨਾਲ ਜਿਹੜੇ ਆ ਉਹਦੇ ਨਾਲ ਜਿਹੜੀਆਂ ਫੈਸਿਲਿਟੀ ਦੀਆਂ ਲੀਜ਼ਸ, ਸੌਫਟਵੇਅਰ ਐਗਰੀਮੈਂਟ, ਇਨਫਲੇਸ਼ਨ ਦੇ ਉੱਤੇ ਜਿਹੜਾ ਉਹਦੇ ਕਰਕੇ ਜਿਹੜਾ ਅਸਰ ਪੈ ਰਿਹਾ ਆ। ਸੋ ਕਹਿੰਦੇ ਵੀ ਇਹ ਪੈਸੇ ਬਚਾਉਣ ਖਾਤਰ, ਡਾਲਰ ਬਚਾਉਣ ਖਾਤਰ ਜਿਹੜੀ ਹਾਇਰਿੰਗ ਆ ਉਹ ਲਿਮਿਟਿਡ ਜਿਹੜੀ ਹੋਵੇਗੀ। ਕਹਿੰਦੇ ਵੀ ਇਹ ਪ੍ਰਪੋਜ਼ਲ ਦੇ ਵਿੱਚ ਮਲਟੀ ਮਿਲੀਅਨ ਡਾਲਰਸ ਇਨਵੈਸਟਮੈਂਟ ਦੱਸੀਆਂ ਗਈਆਂ ਆ। 10 ਸਾਲਾਂ ਦਾ ਟਰੀ ਟ੍ਰਿਮਿੰਗ ਪਲਾਨ ਆ, ਅਮਰੀਕਾ 250 ਈਅਰ ਸੈਲੀਬ੍ਰੇਸ਼ਨ ਤੇ ਅਨਹਾਊਸਡ ਲੋਕਾਂ ਦੇ ਉੱਤੇ ਕਹਿੰਦੇ ਵੀ ਫੋਕਸ ਹੋਵੇਗਾ। ਮੇਅਰ ਡਾਇਰ ਨੇ ਜਿਹੜਾ ਉਹ ਕਿਹਾ ਵੀ ਪਬਲਿਕ ਸੇਫਟੀ, ਪੀਪਲ, ਪੁਲਿਸ ਤੇ ਫਾਇਰ ਉਸ ਦੇ ਉੱਤੇ ਜਿਹੜਾ ਅਸੀਂ ਸਪੈਸੀਫਿਕਲੀ ਅੱਗੇ ਜਿਹੜਾ ਉਹ ਵਧਾਉਣ ਜਿਹੜੇ ਉਹ ਜਾ ਰਹੇ ਹੈਗੇ ਆ। ਤੇ ਕਹਿੰਦੇ ਵੀ ਇੱਕ ਸਾਰਜੈਂਟ, 5 ਅਫਸਰ ਤੇ ਇੱਕ ਜਨਰਲ ਫੰਡ ਪੋਜੀਸ਼ਨਸ ਆ ਉਹਨਾਂ ਨੂੰ ਐਡ ਕੀਤਾ ਗਿਆ ਆ ਇਸ ਨਵੇਂ ਬਜਟ ਦੇ ਵਿੱਚ। ਸਿਟੀ ਕਾਉਂਸਲ ਦੇ ਪ੍ਰੈਜ਼ੀਡੈਂਟ ਨੈਲਸਨ ਐਸਪਰਾਜ਼ਾ ਉਹਨਾਂ ਨੇ ਕਿਹਾ ਵੀ ਰੈਜ਼ੀਡੈਂਟਸ ਦੇ ਉੱਤੇ ਇਸ ਦਾ ਇੰਪੈਕਟ ਹੋਊਗਾ ਤੇ ਕਹਿੰਦੇ ਵੀ ਐਜ਼ ਏ
ਕੌਂਸਲ ਮੈਂਬਰਸ ਸਾਡਾ ਇਹ ਕੰਮ ਹੁੰਦਾ ਆ ਵੀ ਬਜਟ ਨੂੰ ਜਿਹੜਾ ਉਹ ਪਾਸ ਕਰਨਾ, ਤੇ ਕਹਿੰਦੇ ਵੀ ਇਹ ਸਭ ਤੋਂ ਇੰਪੋਰਟੈਂਟ ਕੰਮ ਹੁੰਦਾ ਆ ਪੂਰੇ ਸਾਲ ਦੇ ਵਿੱਚ ਜੋ ਅਸੀਂ ਕਰਦੇ ਆ। ਸੋ ਕਹਿੰਦੇ ਵੀ ਕਈ ਦਿਨਾਂ ਤੱਕ, ਕਈ ਮਹੀਨਿਆਂ ਤੱਕ ਜੂਨ ਦੇ ਵਿੱਚ, ਕਈ ਦਿਨਾਂ ਤੱਕ ਜੂਨ ਦੇ ਮਹੀਨੇ 'ਚ ਇਸੇ ਕੰਮ ਦੇ ਲਈ ਅਸੀਂ ਬੈਠੇ ਰਹਿੰਦੇ ਆ ਵੀ ਬੈਸਟ ਬਜਟ ਜਿਹੜਾ ਉਹ ਕਿਸ ਤਰੀਕੇ ਦੇ ਨਾਲ ਪਾਸ ਹੋਵੇ। ਉਧਰ ਨਿਊਯਾਰਕ ਤੇ ਮਮਦਾਨੀ ਦਾ ਜਿਹੜਾ ਬਜਟ ਆ ਉਹ ਬੜੀ ਚਰਚਾ ਦੇ ਵਿੱਚ ਹਰਜੋਤ ਸਿੰਘ ਜੀ ਇਸ ਲਈ ਬਣਿਆ ਪਿਆ, ਕਹਿੰਦੇ ਵੀ ਉਹਨੇ ਬੈਲੈਂਸ ਜਿਹੜਾ ਉਹ ਕਰ ਦਿੱਤਾ ਅਮੀਰਾਂ ਦੇ ਉੱਤੇ, ਸੈਕਿੰਡ ਹੋਮ ਦੇ ਉੱਤੇ ਉਸਨੇ ਕਈ ਚੀਜ਼ਾਂ ਜਿਹੜੀਆਂ ਆ ਉਹ ਨਵੇਂ ਟੈਕਸ ਆ ਉਹ ਉਸ ਦੇ ਵਿੱਚ ਸਿਫਾਰਿਸ਼ ਕੀਤੀ ਆ, ਤੇ ਕਹਿੰਦੇ ਜਿਹੜਾ ਡੈਫਿਸਿਟ ਵਾਲਾ ਬਜਟ ਸੀ ਉਸ ਨੂੰ ਉਹਨੇ ਬੈਲੈਂਸ ਜਿਹੜਾ ਉਹ ਕੀਤਾ ਹੈਗਾ। ਸੋ ਨਿਊਯਾਰਕ ਸਿਟੀ ਦੁਨੀਆ ਦੀ ਸਭ ਤੋਂ ਵੱਡੇ ਸ਼ਹਿਰਾਂ ਦੇ ਵਿੱਚੋਂ ਇੱਕ ਆ, ਤੇ ਆਈ ਥਿੰਕ 130 ਕਿ 140 ਬਿਲੀਅਨ ਡਾਲਰ ਦੇ ਬਜਟ ਉਸਨੇ ਜਿਹੜਾ ਉਹ ਪੇਸ਼ ਕੀਤਾ ਆ। ਆਮ ਲੋਕ ਉਸ ਤੋਂ ਖੁਸ਼ ਹੋਣਗੇ, ਨਿਰਾਸ਼ ਹੋਣਗੇ, ਇਹ ਆਉਣ ਵਾਲਾ ਸਮਾਂ ਜਿਹੜਾ ਉਹ ਦੱਸੇਗਾ। ਕੈਲੀਫੋਰਨੀਆ ਦੇ ਵਿੱਚ ਜਿਹੜੀ ਗਰਮੀਆਂ ਦਾ ਸੀਜ਼ਨ ਸ਼ੁਰੂ ਆਲਰੇਡੀ ਹੋ ਗਿਆ ਤੇ ਵਾਈਲਡ ਫਾਇਰ ਰਿਸਕ ਨੂੰ ਲੈ ਕੇ ਜਿਹੜੇ ਐਕਸਪਰਟਸ ਆ ਉਹ ਸਟੇਟ ਨੂੰ ਵਾਰਨਿੰਗ ਕਰ ਰਹੇ ਹੈਗੇ ਆ ਵੀ ਤੁਸੀਂ ਹਜੇ ਵੀ ਚੁੱਪ ਚੁਪੀਤੇ ਬੈਠੇ ਆ, ਪਰ ਤੁਹਾਨੂੰ ਜਿਹੜੇ ਬਹੁਤ ਸਾਰੇ ਐਕਸ਼ਨ ਆ ਉਹ ਇਮੀਡੀਏਟਲੀ ਕਰਨੇ ਪੈਣੇ ਹੈਗੇ ਆ। ਖਾਸ ਕਰਕੇ ਵਾਈਲਡ ਫਾਇਰਸ ਨੂੰ ਲੈ ਕੇ ਤੇ ਹੋਰ ਜੋ ਨੈਚੁਰਲ ਕੈਟਾਸਟ੍ਰੋਫੀਜ਼ ਹੁੰਦੀਆਂ ਹੈਗੀਆਂ ਤੇ ਨੈਂਸੀ ਵਿਟਕਨਸ ਇੱਕ ਐਕਚੁਅਰੀ ਹੈਗੀ ਆ, ਫਾਈਨੈਂਸ਼ੀਅਲ ਐਡਵਾਈਜ਼ਰ ਆ ਮਿਲਮਨ ਦੇ ਲਈ, ਤੇ ਉਹ ਇਹਦੇ ਤੇ ਸਪੈਸ਼ਲਾਈਜ਼ ਕਰਦੇ ਹੈਗੇ ਫਾਇਰ ਰਿਸਕ ਤੇ ਇੰਸ਼ੋਰੈਂਸ ਦੇ ਉੱਤੇ, ਤੇ ਲਾ ਮੇਕਰਸ ਨੂੰ ਉਹ ਕਾਉਂਸਲ ਕਰਦੇ, ਦੱਸਦੇ ਆ ਵੀ ਕੀ ਕਰਨਾ ਚਾਹੀਦਾ ਹੈਗਾ। ਉਹ ਕਹਿੰਦੀ ਵੀ ਨਿਬਲਿੰਗ ਅਰਾਊਂਡ ਦਾ ਐਜਸ ਇਹਨਾਂ ਨੂੰ ਜਿਹੜਾ ਸਟਾਪ ਕਰਨਾ ਚਾਹੀਦਾ ਹੈਗਾ। ਕੈਲੀਫੋਰਨੀਆ ਨੂੰ ਤੁਸੀਂ ਸੇਵ ਨਹੀਂ ਕਰ ਸਕਦੇ ਅਨਲੈਸ ਕਿ ਤੁਸੀਂ ਸਟੈਪ ਇਨ ਕਰਦੇ ਆ ਤੇ ਸਟ੍ਰੈਟਜੀ ਬਣਾਣੇ ਹੈਗੇ ਵੀ ਕਿੰਨੀ ਤੇਜ਼ੀ ਤੋਂ ਤੇਜ਼ੀ ਅਸੀਂ ਜਿਹੜਾ ਆ ਇਹਦੇ ਤੇ ਐਕਟ ਕਰ ਸਕੀਏ। ਸਟੀਵ ਪਡੀਆ ਜਿਹੜੇ ਡੈਮੋਕ੍ਰੇਟ ਹੈਗੇ ਸੈਨ ਡੀਗੋ ਤੋਂ, ਤੇ ਸੈਨੇਟਰ ਜੋਸ਼ ਵੈਕਰ ਆ ਡੈਮੋਕ੍ਰੇਟ ਮੈਨਲੋ ਪਾਰਕ ਤੋਂ, ਉਹਨਾਂ ਨੇ ਇਹ ਕਿਹਾ ਵੀ ਅਸੀਂ ਇਹ ਜਿਹੜੀ ਸਟੱਡੀ ਰਿਪੋਰਟ ਆਈ ਆ ਇਹਦੀਆਂ ਜਿਹੜੀਆਂ ਫਾਈਂਡਿੰਗਸ ਆ ਉਸ ਨੂੰ ਪੜਾਂਗੇ ਤੇ ਅਸੀਂ ਕੋਸ਼ਿਸ਼ ਕਰਾਂਗੇ ਜਲਦੀ ਤੋਂ ਜਲਦੀ ਜਿਹੜਾ ਆ ਇਸ ਨੂੰ ਇੰਪਲੀਮੈਂਟ ਕੀਤਾ ਜਾ ਸਕੇ ਤਾਂ ਕਿ ਲੋਕਾਂ ਦੀਆਂ ਇੰਸ਼ੋਰੈਂਸ ਦੇ ਰੇਟਸ ਨਾ ਵਧਣ, એનર્ਜੀ ਦੇ ਜਿਹੜੇ ਰੇਟਸ ਨਾ ਵਧਣ, ਤੇ ਕੰਪਨੀਆਂ ਆਲਰੇਡੀ ਜਿਹੜੀਆਂ ਕੈਲੀਫੋਰਨੀਆ ਚੋਂ ਭੱਜ ਰਹੀਆਂ ਤੇ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਉਹ ਲਗਾਤਾਰ ਹਰ 6 ਮਹੀਨੇ ਬਾਅਦ ਆਪਣੇ ਰੇਟ ਇਨਕਰੀਜ਼ ਕਰਨ ਦੇ ਲਈ ਡਿਪਾਰਟਮੈਂਟ ਆਫ ਇੰਸ਼ੋਰੈਂਸ ਦੇ ਕੋਲ ਫਾਈਲ ਕਰ ਰਹੀਆਂ ਹੈਗੀਆਂ। ਸੋ ਬੈਕਰ ਨੇ ਕਿਹਾ ਵੀ ਕੰਮ ਬਹੁਤ ਜ਼ਰੂਰੀ ਆ, ਸੋ ਸਾਨੂੰ ਜਿਹੜੇ ਰਿਫਾਰਮ ਆ ਇਹ ਬਹੁਤ ਛੇਤੀ ਜਿਹੜੇ ਕਰਨੇ ਪੈਣੇ ਹੈਗੇ ਆ। ਸੋ ਵਾਈਲਡ ਫਾਇਰ ਜਿਹੜੇ ਆ ਪਿਛਲੇ ਦਹਾਕੇ ਦੇ ਵਿੱਚ ਬਹੁਤ ਜ਼ਿਆਦਾ ਵਧੇ ਹੈਗੇ ਆ ਕੈਲੀਫੋਰਨੀਆ, ਜਿਹਦੇ ਕਰਕੇ ਲੋਕਾਂ ਦੀਆਂ ਘਰਾਂ ਦੇ ਇੰਸ਼ੋਰੈਂਸ ਦੇ ਰੇਟ ਬਹੁਤ ਜ਼ਿਆਦਾ ਵੱਧ ਗਏ ਆ। ਵਧਣੇ ਤਾਂ ਇੱਕ ਪਾਸੇ, ਬਹੁਤ ਸਾਰੇ ਲੋਕਾਂ ਨੂੰ ਇੰਸ਼ੋਰੈਂਸ ਮਿਲਦੀ ਹੀ ਨਹੀਂ। ਸੋ ਉਹਦੇ ਨਾਲ ਰੀਅਲ ਸਟੇਟ ਮਾਰਕੀਟ ਦੇ ਉੱਤੇ ਵੀ ਜਿਹੜਾ ਬਹੁਤ ਵੱਡਾ ਜਿਹੜਾ ਅਸਰ ਪੈਂਦਾ ਹੈਗਾ ਆ। ਕਹਿੰਦੇ ਵੀ ਸਟੇਟ ਨੇ ਇਨਵੈਸਟ ਤਾਂ ਜ਼ਰੂਰ ਕੀਤਾ ਹੈ ਵੀ ਫਾਇਰ ਫਾਈਟਿੰਗ ਕਪੈਸਿਟੀ ਦੇ ਵਿੱਚ, ਫਾਇਰ ਡਿਟੈਕਟਿਵ ਟੈਕਨੋਲੋਜੀ ਦੇ ਵਿੱਚ, ਵੈਜੀਟੇਸ਼ਨ ਮੈਨੇਜਮੈਂਟ ਦੇ ਵਿੱਚ, ਪਰ ਹਜੇ ਵੀ ਬਹੁਤ ਕੁਝ ਜਿਹੜਾ ਆ ਉਹ ਕਰਨ ਵਾਲਾ ਆ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਹੁਣੇ ਕੁਝ ਘੰਟੇ ਪਹਿਲਾਂ ਨਿਊਜ਼ ਆ ਰਹੀ ਆ ਸਿਲੀਕਨ ਵੈਲੀ ਤੋਂ, 2 ਹੋਰ ਵੱਡੀਆਂ ਕੰਪਨੀਆਂ ਨੇ ਹਜ਼ਾਰਾਂ ਜੌਬਸ ਜਿਹੜੀਆਂ ਉਹ ਕੱਟ ਕਰ ਦਿੱਤੀਆਂ ਆ। ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਸ਼ਿਫਟ ਨੂੰ ਦੇਖਦੇ ਹੋਏ ਕਈ ਜੌਬਸ ਜਿਹੜੀਆਂ ਹੋਰ ਇਹਨਾਂ ਨੇ ਕੱਟੀਆਂ ਆ। ਸਿਸਕੋ ਤੇ ਲਿੰਕਡਇਨ 1000 ਆਫ ਜੌਬਸ ਕਹਿੰਦੇ ਵੀ ਲੇਟੈਸਟ ਟੈਕ ਲੇ-ਆਫ ਦੇ ਵਿੱਚ ਹੋਣ ਜਾ ਰਹੀਆਂ ਆ। ਸੋ ਇਹਨਾਂ ਨੇ ਐਲਾਨ ਕੀਤਾ, ਸਿਸਕੋ ਨੇ ਆਪਣੇ ਮੈਮੋ ਘੱਲਿਆ ਇੰਪਲਾਈਜ਼ ਨੂੰ ਤਕਰੀਬਨ 4000 ਜੌਬਸ ਜਿਹੜੀਆਂ ਉਹ ਕੱਟ ਕਰਨ ਜਾ ਰਹੇ ਆ। ਸੋ ਕਹਿੰਦੇ ਉਹਨਾਂ ਦੇ ਜਿਹੜੇ ਸਿਸਕੋ ਦਾ CEO ਆ ਚੱਕ ਰੋਬਿਨਸ, ਉਹਨੇ ਮੈਮੋ ਦੇ ਵਿੱਚ ਜਿਹੜਾ ਕਿਹਾ ਵੀ ਕੰਪਨੀਜ਼ AI ਐਰਾ ਦੇ ਵਿੱਚ ਜਿੱਤਣ ਦੇ ਫੋਕਸ ਦੇ ਨਾਲ, ਅਰਜੈਂਸੀ ਦੇ ਨਾਲ ਤੇ ਡਿਸਪਲਿਨ ਦੇ ਨਾਲ ਅੱਗੇ ਜਿਹੜੀਆਂ ਉਹ ਚੱਲ ਰਹੀਆਂ ਆ, ਤੇ ਇਹ ਜਿਹੜਾ ਸ਼ਿਫਟ ਆ ਕੰਟੀਨਿਊਸਲੀ ਉਸ ਪਾਸੇ ਵੱਲ ਨੂੰ ਵੱਧ ਰਿਹਾ, ਤੇ ਇਹਦਾ ਮਤਲਬ ਹੁੰਦਾ ਆ ਵੀ ਅਸੀਂ ਕੁਝ ਸਖਤ ਫੈਸਲੇ ਲੈਣੇ, ਤੇ ਕਹਿੰਦੇ ਵੀ ਕਿੱਥੇ ਇਨਵੈਸਟ ਕਰਨਾ, ਕਿੱਦਾਂ ਆਰਗੇਨਾਈਜ਼ ਕਰਨਾ। ਸੋ ਕਹਿੰਦੇ ਵੀ ਇਸ ਕੰਪਨੀ ਦੇ ਭਵਿੱਖ ਨੂੰ ਲੈ ਕੇ ਜਿਹੜੀਆਂ 4000 ਜੌਬਸ ਜਿਹੜੀਆਂ ਅਸੀਂ ਕੱਟ ਕਰਨ ਜਾ ਰਹੇ ਆ। ਸੋ ਕੁੱਲ ਮਿਲਾ ਕੇ 5% ਦੇ ਇਰਦ ਗਿਰਦ ਟੋਟਲ ਇੰਪਲੋਈ ਬੇਸ ਤੋਂ ਇਹਨਾਂ ਨੇ ਜਿਹੜਾ ਉਹ ਕੱਟਣਾ ਆ। ਸੋ ਸਿਸਕੋ ਦੇ ਇਸ ਫੈਸਲੇ ਤੋਂ ਬਾਅਦ ਚ 15% ਸਟਾਕ ਜਿਹੜਾ ਉਹਨਾਂ ਦਾ ਤਾਂ ਨੂੰ ਜਿਹੜਾ ਉਹ ਚੜ ਗਿਆ, ਕਿਉਂਕਿ AI ਵਾਲੀ ਗੱਲ ਚੀਜ਼ ਜਿਹੜੀ ਉਹ ਨਾਲ ਜੁੜ ਗਈ ਆ। ਉਧਰ ਲਿੰਕਡਇਨ ਵੀ ਪਲਾਨ ਕਰ ਰਿਹਾ ਵੀ 5% ਆਪਣਾ ਜਿਹੜਾ ਸਟਾਫ ਆ ਉਹ ਉਸ ਨੂੰ ਲੇ ਆਫ ਕਰਨ ਜਾ ਰਿਹਾ ਆ। ਉਹ ਕਹਿੰਦੇ ਵੀ AI ਰਿਲੇਟਡ ਤਾਂ ਜਿਹੜਾ ਉਹ ਨਹੀਂ ਆ। ਕੁੱਲ ਮਿਲਾ ਕੇ ਲਿੰਕਡਇਨ ਦੇ 17500 ਫੁੱਲ ਟਾਈਮ ਵਰਕਰਸ ਨੇ। ਸੋ ਕੁੱਲ ਮਿਲਾ ਕੇ ਇਰਦ ਗਿਰਦ 875 ਜਿਹੜੇ ਲੋਕ ਆ ਉਹਨਾਂ ਦੀ ਜੌਬ ਜਿਹੜੀ ਉਹ
ਘੱਟ ਜਿਹੜੀ ਉਹ ਕੀਤੀ ਜਾਊਗੀ। ਸੋ ਪ੍ਰੋਫੈਸ਼ਨਲ ਸੋਸ਼ਲ ਮੀਡੀਆ ਨੈਟਵਰਕ ਤੇ ਇੱਕ ਜੌਬ ਸਰਚ ਪਲੇਟਫਾਰਮ ਦੇ ਤੌਰ ਦੇ ਉੱਤੇ ਲਿੰਕਡਇਨ ਜਿਹੜਾ ਉਹ ਜਾਣਿਆ ਜਾਂਦਾ ਆ। ਦੋਨਾਂ ਕੰਪਨੀ ਦੇ ਜਿਹੜੇ ਹੈੱਡਕੁਆਰਟਰਸ ਆ ਉਹ ਬੇ ਏਰੀਏ ਦੇ ਵਿੱਚ ਆ, ਸਿਸਕੋ ਦਾ ਸੈਨ ਹੋਜ਼ੇ ਤੇ ਲਿੰਕਡਇਨ ਦਾ ਸਨੀਵੇਲ ਦੇ ਵਿੱਚ। ਸੋ ਤਕਰੀਬਨ 5000 ਜੌਬਸ 4849 ਜੌਬ ਦੋਨੋਂ ਕੰਪਨੀਆਂ ਕੁੱਲ ਮਿਲਾ ਕੇ ਕੱਟ ਕਰਨ ਜਾ ਰਹੀ ਆ। ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦੇ $1 ਤੇ 36 ਸੈਂਟ ਰਹੇ ਆ, ਪਾਕਿਸਤਾਨ ਦੇ 278 ਰੁਪਏ ਤੇ 61 ਪੈਸੇ, ਇੰਡੀਆ ਦੇ 95 ਰੁਪਏ ਤੇ 72 ਪੈਸੇ। ਮਾਰਕੀਟਸ ਦੇ ਉੱਤੇ ਜੇ ਹਰਜੋਤ ਸਿੰਘ ਜੀ ਜਾਂਦੇ ਜਾਂਦੇ ਨਜ਼ਰ ਮਾਰੀਏ ਤਾਂ ਅੱਜ ਡਾਓ ਜੋਨ 67 ਪੁਆਇੰਟ ਘੱਟ ਕੇ 49693, S&P 43 ਪੁਆਇੰਟ ਵੱਧ ਕੇ 7444, ਨੈਸਡੈਕ 314 ਪੁਆਇੰਟ ਵੱਧ ਕੇ 26,402 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $4700 ਤੇ $7 ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ $101 ਪ੍ਰਤੀ ਬੈਰਲ। 10 ਈਅਰ ਯੀਲਡ 4.46%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 79,573 ਤੇ ਇਥੀਰੀਅਮ 2200 ਤੇ $66 ਦੇ ਬਰਾਬਰ ਚੱਲ ਰਿਹਾ ਹੈ। ਸੋ ਇੱਥੇ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸੈਨਿਕ ਜਿਹੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।